ਕੈਨੇਡਾ ਵਿੱਚ ਰੋਜ਼ਾਨਾ ਦਰਜ ਹੋ ਰਹੇ ਨੇ 450 ਤੋਂ ਵੀ ਘੱਟ ਕੋਵਿਡ-19 ਦੇ ਨਵੇਂ ਮਾਮਲੇ। ਮੂਲ ਨਿਵਾਸੀ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਬੋਲੇ ਕੁਝ ਡਾਲਰ ਉਹਨਾਂ ਵੱਲ ਉਛਾਲ ਕੇ ਸਰਕਾਰਾਂ ਨਾ ਸਮਝਣ ਕਿ ਪਾਪ ਧੋਤੇ ਗਏ ਨੇ। ਤੇ ਕੈਨੇਡਾ ਵਿੱਚ ਰਹਿੰਦੇ ਟੈਂਪਰੇਰੀ ਫੋਰਨ ਵਰਕਰਸ ਹੁਣ ਐਲੀਜੀਬਲ ਹੋਣਗੇ ਓਪਨ ਵਰਕ ਪਰਮਿਟ ਵਾਸਤੇ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫਤਾਵਾਰ। ਮੈਂ ਅਮਨਿੰਦਰ ਗਰੇਵਾਲ। ਕੈਨੇਡਾ ਵਿੱਚ ਵੈਕਸੀਨੇਸ਼ਨ ਤੇ ਚਮਤਕਾਰੀ ਅਸਰਾਤ ਵੇਖਣ ਨੂੰ ਮਿਲ ਰਹੇ ਨੇ। ਅਲਬਰਟਾ ਨੇ ਦੁਨੀਆ ਦਾ ਸਭ ਤੋਂ ਮਹਾਨ ਆਊਟਡੋਰ ਇਵੈਂਟ ਕਿਹਾ ਜਾਂਦਾ ਕੈਲਗਰੀ ਸਟੈਂਪੀਡ ਕਰਾਉਣਾ ਸੀ, ਜਿੱਥੇ 10 ਦਿਨਾਂ ਵਿੱਚ ਹਰ ਸਾਲ ਲੱਖਾਂ ਦੀ ਸ਼ਿਰਕਤ ਹੁੰਦੀ ਹੈ। ਸੋ ਉੱਥੇ ਅਚਾਨਕ ਪਿਛਲੇ ਮਹੀਨੇ ਤੋਂ ਕੋਵਿਡ-19 ਇਨਫੈਕਸ਼ਨ ਦੇ ਨਵੇਂ ਮਾਮਲੇ 100 ਤੋਂ ਵੀ ਘੱਟ ਦਰਜ ਹੋਣੇ ਸ਼ੁਰੂ ਹੋ ਗਏ। ਅਲਬਰਟਾ ਵੱਲ ਸਭ ਟੇਢਾ ਤੱਕ ਹੀ ਰਹੇ ਸਨ ਕਿ ਹੌਲੀ-ਹੌਲੀ ਪੂਰੇ ਮੁਲਕ ਵਿੱਚ ਹੀ ਇਨਫੈਕਸ਼ਨ ਦੇ ਰੋਜ਼ਾਨਾ ਦਰਜ ਹੁੰਦੇ ਮਾਮਲੇ ਤੇਜ਼ੀ ਨਾਲ ਘਟਣੇ ਸ਼ੁਰੂ ਹੋ ਗਏ। ਯਾਨੀ ਅਲਬਰਟਾ ਨੇ ਕੋਈ ਕਾਲਾ ਮਾਲਾ ਨਹੀਂ ਕੀਤਾ। ਵੈਕਸੀਨੇਸ਼ਨ ਵਾਕਈ ਕਾਰਗਰ ਸਿੱਧ ਹੋ ਰਹੀ ਹੈ। ਡੈਲਟਾ ਵੇਰੀਐਂਟ ਆਸਟ੍ਰੇਲੀਆ ਵਾਂਗ ਕੈਨੇਡਾ ਵਿੱਚ ਵੀ ਆ ਚੁੱਕਾ ਹੈ, ਪਰ ਆਸਟ੍ਰੇਲੀਆ ਦੇ ਦੋ ਵੱਡੇ ਸ਼ਹਿਰ ਮੈਲਬਰਨ ਅਤੇ ਸਿਡਨੀ ਜਿੱਥੇ ਲਾਕਡਾਊਨ ਵਿੱਚ ਨੇ, ਉੱਥੇ ਹੀ ਕੈਨੇਡਾ ਦੇ ਡੈਪਟੀ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਹਾਵਰਡ ਨੂੰ ਨੇ ਕਿਹਾ ਹੈ ਕਿ ਕੈਨੇਡਾ ਵਿੱਚ ਰੋਜ਼ਾਨਾ 420 ਤੋਂ ਵੀ ਘੱਟ ਮਾਮਲੇ ਦਰਜ ਹੋ ਰਹੇ ਨੇ, ਜੋ ਕਿ ਤੀਜੀ ਲਹਿਰ ਦੌਰਾਨ ਰੋਜ਼ਾਨਾ ਦਰਜ ਕੀਤੇ ਜਾਂਦੇ ਰਹੇ ਮਾਮਲਿਆਂ ਨਾਲੋਂ 95% ਘੱਟ ਹੈ। ਮਲਟੀਕਲਚਰਲ ਆਲ ਇਨਕਲੂਸਿਵ ਕਹਾਉਂਦੇ ਮਹਾਨ ਮੁਲਕ ਕੈਨੇਡਾ ਦੇ ਇਤਿਹਾਸ ਦੇ ਕਾਲੇ ਪੰਨੇ ਪਰਤ ਦਰ ਪਰਤ ਖੁੱਲ ਰਹੇ ਨੇ ਤੇ ਚੰਗਿਆਈਆਂ ਤੇ ਹਾਵੀ ਹੁੰਦੇ ਵਿਖਾਈ ਦੇ ਰਹੇ ਨੇ। 1997 ਤੱਕ ਦੇਸ਼ ਵਿੱਚ ਚੱਲਦੇ ਰਹੇ ਰੈਜ਼ੀਡੈਂਸ਼ੀਅਲ ਸਕੂਲਾਂ ਦੀਆਂ ਸਾਈਟਸ ਤੋਂ ਉੱਥੇ ਦਫਨ ਕੀਤੇ ਗਏ ਮੂਲ ਨਿਵਾਸੀ ਬੱਚਿਆਂ ਦੀਆਂ ਲਾਸ਼ਾਂ ਮਿਲ ਰਹੀਆਂ ਨੇ। ਇਹ ਬੱਚੇ ਇਹਨਾਂ ਸਕੂਲਾਂ ਵਿੱਚ ਪੜ੍ਹਾਉਂਦੇ ਰਹੇ ਸਟਾਫ ਹੱਥੋਂ ਹੀ ਸਰੀਰਕ ਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋ ਕੇ ਮਾਰੇ ਜਾਂਦੇ ਰਹੇ। ਮਰਨ ਵਾਲਿਆਂ ਵਿੱਚੋਂ ਕੁਝ ਦੀ ਉਮਰ 3 ਸਾਲ ਵੀ ਸੀ। ਜਿਉਂਦੇ ਬੱਚੇ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਕਹਾਉਂਦੇ ਮੂਲ ਨਿਵਾਸੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਖਬਰਾਂ ਹਰ ਰੈਜ਼ੀਡੈਂਸ਼ੀਅਲ ਸਕੂਲ ਵਿੱਚ ਨੇ, ਜਿਨ੍ਹਾਂ ਬਾਰੇ ਉਹ ਸਾਲਾਂ ਤੋਂ ਰੌਲਾ ਪਾਉਂਦੇ ਆ ਰਹੇ ਨੇ। ਪਰ ਰੈਕਨਸੀਲੀਏਸ਼ਨ ਜਾਂ ਮੂਲ ਨਿਵਾਸੀਆਂ ਨਾਲ ਸੁਲਹ ਸਫਾਈ ਦਾ ਡਰਾਮਾ ਕਰਦੀਆਂ ਰਹੀਆਂ ਸਰਕਾਰਾਂ ਕੁਝ ਸਿੱਕੇ ਉਹਨਾਂ ਵੱਲ ਉਛਾਲ ਕੇ ਸਮਝਦੀਆਂ ਰਹੀਆਂ ਨੇ ਕਿ ਉਹਨਾਂ ਨੇ ਸਭ ਕੁਝ ਠੀਕ ਕਰ ਦਿੱਤਾ। ਸਿਰਫ ਮੂਲ ਨਿਵਾਸੀ ਹੋਣ ਕਾਰਨ ਮਾਪਿਆਂ ਤੋਂ ਖੋ ਕੇ ਇਹਨਾਂ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਰਹੇ ਇਹਨਾਂ ਬੱਚਿਆਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਤੇ ਕਈ ਵਾਰ ਜਿਨਸੀ ਸ਼ੋਸ਼ਣ ਕਰਕੇ ਉਹ ਮਾਰੇ ਵੀ ਜਾਂਦੇ ਸਨ। ਉਹਨਾਂ ਨੂੰ ਸਿਖਾਇਆ ਜਾਂਦਾ ਸੀ ਕਿ ਉਹਨਾਂ ਦੀ ਬੋਲੀ ਮਾੜੀ ਹੈ ਤੇ ਆਪਣੇ ਵਿਰਸੇ ਤੇ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕੈਂਪਲੂਪਸ ਵਿੱਚ ਸਭ ਤੋਂ ਪਹਿਲਾਂ ਮਿਲੀਆਂ ਬੇਨਾਮ ਖਬਰਾਂ ਬਾਰੇ ਵੀਰਵਾਰ ਨੂੰ ਅੰਤਮ ਰਿਪੋਰਟ ਜਾਰੀ ਕੀਤੀ ਗਈ ਤਾਂ ਕਈ ਰੋਂਦੇ ਕੁਰਲਾਉਂਦੇ ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰਸ ਨੇ ਆਪ ਬੀਤੀਆਂ ਬਿਆਨ ਕੀਤੀਆਂ। ਬ੍ਰਿਟਿਸ਼ ਕੋਲੰਬੀਆ ਇਸ ਵੇਲੇ ਕਰੀਬ 300 ਜੰਗਲੀ ਅੱਗਾਂ ਨਾਲ ਜੂਝ ਰਿਹਾ ਹੈ। ਕਰੀਬ 2 ਹਫ਼ਤੇ ਪਹਿਲਾਂ ਬ੍ਰਿਟਿਸ਼ ਕੋਲੰਬੀਆ ਵਿੱਚ ਪਈ ਅੱਤ ਦੀ ਇਤਿਹਾਸਿਕ ਗਰਮੀ ਨੇ ਜਿੱਥੇ 700 ਤੋਂ ਵੱਧ ਜਾਨਾਂ ਲਈਆਂ, ਉੱਥੇ ਹੀ ਉਦੋਂ ਤੋਂ ਭੜਕੀਆਂ ਹੋਈਆਂ ਕਈ ਅੱਗਾਂ ਅਜੇ ਤੱਕ ਬੁਝੀਆਂ ਨਹੀਂ। ਜਲ ਦੀ ਅੱਗ ਨਾਲ 90% ਤੱਕ ਸੜ ਕੇ ਸੁਆਹ ਹੋਏ ਲਿਟਨ ਪਿੰਡ ਵਿੱਚ ਅਜੇ ਵੀ ਅੱਗ ਲੱਗੀ ਹੋਈ ਹੈ। ਇਕੱਲੇ 100 ਮਾਈਲ ਹਾਊਸ ਇਲਾਕੇ ਦੇ 1500 ਤੋਂ ਵੱਧ ਵਸਨੀਕ ਅੱਗ ਕਾਰਨ ਕਦੇ ਵੀ ਘਰ-ਬਾਰ ਛੱਡਣ ਤੇ ਮਜਬੂਰ ਹੋ ਸਕਦੇ ਨੇ। ਐਸ਼ਕ੍ਰਾਫਟ ਅਤੇ ਕੈਸ਼ ਕ੍ਰੀਕ ਦਾ ਵੀ ਇਹੀ ਹਾਲ ਹੈ। ਕੈਮਲੂਪਸ ਦੇ ਆਲੇ-ਦੁਆਲੇ ਕਈ ਇਲਾਕੇ ਨੇ ਜਿੱਥੇ ਲੋਕਾਂ ਨੂੰ ਕਿਹਾ ਗਿਆ ਹੈ ਕਿ ਕਦੇ ਵੀ ਘਰ-ਬਾਰ ਛੱਡ ਕੇ ਜਾਣਾ ਪੈ ਸਕਦਾ ਹੈ। ਹਾਈਵੇਜ਼ ਬੰਦ ਹੋਣ ਕਰਕੇ ਇਵੈਕੂਏਸ਼ਨ ਵਾਸਤੇ ਹੈਲੀਕਾਪਟਰਸ ਦੀ ਵਰਤੋਂ ਕੀਤੀ ਜਾ ਰਹੀ ਹੈ। ਫਰਾਂਸ ਨੇ ਕੈਨੇਡਾ ਨੂੰ ਧਮਕੀ ਦਿੱਤੀ ਹੈ ਕਿ ਜੇ ਛੇਤੀ ਹੀ ਕੈਨੇਡਾ ਨੇ ਫ੍ਰੈਂਚ ਟੂਰਿਸਟਸ ਵਾਸਤੇ ਆਪਣੇ ਬਾਰਡਰ ਨਾ ਖੋਲੇ ਤਾਂ ਉਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਸੈਲਾਨੀ ਹੋਰ ਮੁਲਕਾਂ ਨੂੰ ਜਾਣ ਲੱਗਣਗੇ ਤੇ ਦੋਹਾਂ ਮੁਲਕਾਂ ਦੇ ਰਿਸ਼ਤੇ ਵੀ ਖਰਾਬ ਹੋ ਸਕਦੇ ਨੇ, ਕਿਉਂਕਿ ਫਰਾਂਸ ਨੇ ਪ੍ਰੂਫ ਆਫ ਵੈਕਸੀਨੇਸ਼ਨ ਅਤੇ ਕੋਵਿਡ-19 ਨੈਗੇਟਿਵ ਟੈਸਟ ਰਿਪੋਰਟ ਦਿਖਾਉਣ ਵਾਲੇ ਕੈਨੇਡੀਅਨਸ ਵਾਸਤੇ ਆਪਣੇ ਬਾਰਡਰਸ ਖੋਲੇ ਹੋਏ ਨੇ। ਉਧਰ ਯੂਐਸ ਮਿਡਵੈਸਟ ਤੋਂ ਕਈ ਕਾਲੇ ਅਮਰੀਕੀ ਸਿਆਸਤਦਾਨ ਵਿਚਾਰ ਰਹੇ ਨੇ ਕਿ ਕੈਨੇਡਾ ਹੁਣ ਬਸ ਕਰੇ, ਬਹੁਤਾ ਫੂਕ ਕੇ ਕਦਮ ਰੱਖਣ ਦੀ ਲੋੜ ਨਹੀਂ ਹੈ। ਕਿਹੜੀ ਯਾਤਰਾ ਬੇਲੋੜੀ ਹੈ ਤੇ ਕਿਹੜੀ ਨਹੀਂ, ਇਸ ਦਾ ਫੈਸਲਾ ਬਾਰਡਰ ਏਜੰਟਸ ਤੇ ਛੱਡ ਦੇਣਾ ਚਾਹੀਦਾ ਹੈ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਦੂਜੇ ਦੇਸ਼ਾਂ ਦੀ ਨਾਰਾਜ਼ਗੀ ਦੀ ਉਹਨਾਂ ਨੂੰ ਪਰਵਾਹ ਨਹੀਂ ਹੈ, ਉਹ ਆਪਣੇ ਲੋਕਾਂ ਦੀ ਸਿਹਤ ਨੂੰ ਜ਼ਿਆਦਾ ਧਿਆਨ ਵਿੱਚ ਰੱਖਦੇ ਨੇ। ਉਧਰ ਕਰੂਜ਼ ਸ਼ਿਪਸ ਨੂੰ ਕੈਨੇਡਾ ਵਿੱਚ ਮੁੜ ਦਾਖਲੇ ਦੀ ਤਰੀਕ ਜ਼ਰੂਰ ਐਲਾਨ ਦਿੱਤੀ ਗਈ ਹੈ। ਪਹਿਲਾਂ ਇਹ ਬੈਨ 22 ਫਰਵਰੀ 2022 ਤੱਕ ਲਾਗੂ ਰੱਖਣ ਦੀ ਗੱਲ ਕਹੀ ਜਾ ਰਹੀ ਸੀ, ਪਰ ਹੁਣ ਕਿਹਾ ਜਾ ਰਿਹਾ ਹੈ ਕਿ 1 ਨਵੰਬਰ ਨੂੰ ਇਹ ਖਤਮ ਹੋ ਜਾਏਗਾ। ਫੈਡਰਲ ਸਰਕਾਰ ਮੁਤਾਬਕ ਕਰੂਜ਼ ਇੰਡਸਟਰੀ ਕੈਨੇਡੀਅਨ ਇਕਨੋਮੀ ਵਿੱਚ ਸਾਲਾਨਾ $4 ਬਿਲੀਅਨ ਦਾ ਯੋਗਦਾਨ ਪਾਉਂਦੀ ਹੈ ਤੇ ਬ੍ਰਿਟਿਸ਼ ਕੋਲੰਬੀਆ ਦੀ ਇਕਨੋਮੀ ਖਾਸ ਤੌਰ ਤੇ ਪ੍ਰਭਾਵਿਤ ਹੋ ਰਹੀ ਸੀ। ਦੇਸ਼ ਦੇ ਮਿਨਿਸਟਰ ਆਫ ਇਮੀਗ੍ਰੇਸ਼ਨ ਮਾਰਕੋ ਮੈਂਡੀਚੀਨੋ ਨੇ ਕਿਹਾ ਹੈ ਕਿ ਆਉਂਦੀ 26 ਜੁਲਾਈ ਤੋਂ ਉਹ ਲੋਕ ਓਪਨ ਵਰਕ ਪਰਮਿਟ ਲਈ ਐਲੀਜੀਬਲ ਹੋਣਗੇ ਜਿਨ੍ਹਾਂ ਹਾਲ ਹੀ ਵਿੱਚ ਖੁੱਲੇ ਪਾਥਵੇ ਟੂ ਪਰਮਨੈਂਟ ਰੈਜ਼ੀਡੈਂਸੀ ਲਈ PR ਅਪਲਾਈ ਕੀਤੀ ਹੈ ਤੇ ਅਜੇ ਫੈਸਲੇ ਦੀ ਉਡੀਕ ਵਿੱਚ ਨੇ। ਯਾਨੀ ਉਹ ਲੋਕ ਜੋ ਬਤੌਰ ਟੈਂਪਰੇਰੀ ਰੈਜ਼ੀਡੈਂਟ ਕੈਨੇਡਾ ਵਿੱਚ ਰਹਿ ਕੇ ਕੰਮ ਕਰ ਰਹੇ ਨੇ ਪਰ ਅਜੇ PR ਨਹੀਂ ਮਿਲੀ। 6 ਮਈ ਨੂੰ ਖੁੱਲੀ ਇਸ ਨਵੀਂ ਕੈਟੇਗਰੀ ਵਿੱਚ ਕੈਨੇਡਾ ਵਿੱਚ ਪੜ੍ਹ ਰਹੇ ਜਾਂ ਪਿਛਲੇ 4 ਸਾਲਾਂ ਵਿੱਚ ਪੜ੍ਹ ਚੁੱਕੇ ਫੋਰਨ ਗ੍ਰੈਜੂਏਟਸ ਯਾਨੀ ਇੰਟਰਨੈਸ਼ਨਲ ਸਟੂਡੈਂਟਸ, ਹੈਲਥ ਕੇਅਰ ਵਰਕਰਸ ਅਤੇ ਸਰਕਾਰ ਦੀ ਐਸੈਂਸ਼ੀਅਲ ਆਕੂਪੇਸ਼ਨ ਸ਼੍ਰੇਣੀ ਵਿੱਚ ਆਉਂਦੇ ਵਿਅਕਤੀ ਸ਼ਾਮਲ ਮੰਨੇ ਜਾਣਗੇ, ਜਿਨ੍ਹਾਂ ਦੀ PR ਅਰਜ਼ੀ ਲੱਗੀ ਹੋਈ ਹੈ ਪਰ ਅਜੇ ਫੈਸਲਾ ਨਹੀਂ ਹੋਇਆ।
ਅਫਗਾਨਿਸਤਾਨ ਵਿੱਚ ਕਰੀਬ 20 ਸਾਲ ਅਮਨ ਕਾਇਮ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕਰਨ ਤੋਂ ਬਾਅਦ ਹੁਣ ਅਮਰੀਕਾ ਅਤੇ ਉਸ ਦੀਆਂ ਭਾਈਵਾਲ ਫੌਜਾਂ ਅਫਗਾਨਿਸਤਾਨ ਨੂੰ ਛੱਡ ਕੇ ਜਾ ਰਹੀਆਂ ਨੇ। ਹਾਲੇ ਰੁਖਸਤੀ ਪੂਰੀ ਹੋਈ ਨਹੀਂ ਹੈ ਕਿ ਤਾਲਿਬਾਨ ਨੇ ਸਾਰੇ ਕੀਤੇ ਕਰਾਏ ਤੇ ਪਾਣੀ ਫੇਰਦੇ ਹੋਏ ਪੇਂਡੂ ਇਲਾਕਿਆਂ ਤੇ ਮੁੜ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਨਾਲ ਲੱਗਦੇ ਸਭ ਤੋਂ ਰੁਝੇਵੇਂ ਭਰੇ ਲਾਂਘੇ ਚਮਨ ਕ੍ਰਾਸਿੰਗ ਤੇ ਵੀ ਤਾਲਿਬਾਨ ਕਾਬਜ਼ ਹੋ ਗਏ ਨੇ। ਇਸ ਸਰਗਰਮੀ ਵਿਚਾਲੇ ਖਬਰ ਆ ਰਹੀ ਹੈ ਕਿ ਕੈਨੇਡਾ ਅਤੇ US ਦੋਵੇਂ ਹੀ ਉਹਨਾਂ ਅਫਗਾਨ ਨਾਗਰਿਕਾਂ ਨੂੰ ਵੀ ਫੌਜ ਦੇ ਨਾਲ ਉੱਥੋਂ ਕੱਢ ਕੇ ਇੱਥੇ ਲਿਆ ਰਹੇ ਨੇ ਜੋ ਫੌਜ ਨਾਲ ਇੰਟਰਪ੍ਰੈਟਰ ਜਾਂ ਹੋਰ ਕਿਸੇ ਤਰ੍ਹਾਂ ਨਾਲ ਕੰਮ ਕਰਦੇ ਰਹੇ, ਕਿਉਂਕਿ ਤਾਲਿਬਾਨ ਉਹਨਾਂ ਨੂੰ ਛੱਡਣਗੇ ਨਹੀਂ। Asking actually China to be transparent, open and cooperate. ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਸੁਰ ਅਚਾਨਕ ਬਦਲ ਗਈ ਹੈ। ਹੁਣ ਤੱਕ ਦੋਸ਼ ਲੱਗਦੇ ਸਨ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਚੀਨ ਵੱਲ ਰਵੱਈਆ ਬੜਾ ਨਰਮ ਹੈ। ਮਾਰਚ ਵਿੱਚ WHO ਦੀ ਇੱਕ ਚੁਣੀ ਹੋਈ ਟੀਮ ਚੀਨੀ ਸ਼ਹਿਰ ਵੁਹਾਨ ਦਾ ਦੌਰਾ ਕਰਕੇ ਆਈ ਤਾਂ ਟੀਮ ਨੇ ਕਿਹਾ ਕਿ COVID-19 ਵਾਇਰਸ ਚਮਗਿੱਦੜਾਂ ਰਾਹੀਂ ਹੀ ਲੋਕਾਂ ਤੱਕ ਫੈਲਿਆ ਹੋਏਗਾ, ਕਿਉਂਕਿ ਵੁਹਾਨ ਦੀ ਲੈਬ ਤੋਂ ਫੈਲੇ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਤੇ ਹੁਣ ਅਚਾਨਕ WHO ਡਾਇਰੈਕਟਰ ਜਨਰਲ ਟੈਡਰਸ ਗੈਬ੍ਰੇਸਸ ਦਾ ਕਹਿਣਾ ਹੈ ਕਿ ਚੀਨ ਇਸ ਵਾਇਰਸ ਲਈ ਸਾਰੀ ਦੁਨੀਆ ਨੂੰ ਜਵਾਬਦੇਹ ਹੈ ਤੇ ਉਸ ਨੂੰ ਹੁਣ ਤਾਂ ਸੱਚਾਈ ਦੱਸ ਹੀ ਦੇਣੀ ਚਾਹੀਦੀ ਹੈ ਕਿ ਆਖਰ ਹੋਇਆ ਕੀ ਸੀ। US ਅਤੇ ਆਸਟ੍ਰੇਲੀਆ ਪਹਿਲਾਂ ਹੀ ਕਹਿੰਦੇ ਆਏ ਨੇ ਕਿ ਬਿਮਾਰੀ ਚਮਗਿੱਦੜਾਂ ਤੋਂ ਇਨਸਾਨਾਂ ਵਿੱਚ ਨਹੀਂ ਫੈਲੀ ਤੇ ਕੈਨੇਡਾ ਬਹੁਤਾ ਬੋਲਿਆ ਨਹੀਂ, ਜਿਵੇਂ ਹੁਣ ਕਿਊਬਾ ਵਿੱਚ ਭ੍ਰਸ਼ਟ ਸਰਕਾਰ ਖਿਲਾਫ ਹੋ ਰਹੇ ਰੋਸ ਮੁਜ਼ਾਹਰਿਆਂ ਲਈ ਬਹੁਤਾ ਨਹੀਂ ਬੋਲ ਰਿਹਾ। ਤੁਸੀਂ ਵੇਖ ਰਹੇ ਸੀ ਪ੍ਰੋਗਰਾਮ ਖਬਰਸਾਰ ਹਫਤਾਵਾਰ। ਇਹ ਸਨ ਇਸ ਹਫਤੇ ਦੀਆਂ ਕੁਝ ਖਾਸ ਕੌਮੀ ਤੇ ਕੌਮਾਂਤਰੀ ਖਬਰਾਂ। ਮਨਿੰਦਰ ਨੂੰ ਦਿਓ ਇਜਾਜ਼ਤ।